ਬਿਨ ਸੰਗਤ ਮੈਲ ਕਰੀਜੈ ਜੀਉ। ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਲੰਥਾ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸ ਨਾ ਭਰਿਆ ਰੇ। ਸੇ ਫਿਰ ਗਰਭਾਸ ਨਾ ਭਰਿਆ ਰੇ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦਾ ਪਾਵਨ ਪਵਿੱਤਰ ਸ਼ਬਦ ਸ੍ਰੀ ਮੁਖਵਾਕ ਸਾਹਿਬ ਸੋਢੀ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਰਾਗ ਜੈਤਸਰੀ ਦੇ ਵਿੱਚ 697 ਅੰਗ ਤੋਂ ਆਰੰਭ ਹੋ ਕਰ 698 ਅੰਗ 'ਤੇ ਸੰਪੂਰਨ ਹੋ ਜਾਂਦਾ ਹੈ। ਇਸ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਨੇ ਉੱਚੇ ਦਰਜੇ ਦੀ ਗੱਲ ਕੀਤੀ ਹੈ। ਆਮ ਕਰਕੇ ਦੁਨੀਆ ਦੇ ਵਿੱਚ ਬਹੁਤ ਸਾਰੇ ਰੁਤਬੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਦੇ ਮੁਤਾਬਕ ਕਿਸੇ ਦੀ ਯੋਗਤਾ ਨੂੰ ਵੇਖਦੇ ਹੋਏ ਉਸ ਨੂੰ ਦਿੱਤੇ ਜਾਂਦੇ ਨੇ। ਸਰਕਾਰ ਦੁਆਰਾ ਕੁਝ ਰੁਤਬੇ ਹਨ, ਕੁਝ ਸਮਾਜ ਦੁਆਰਾ ਕੁਝ ਰੁਤਬੇ ਹਨ ਜੋ ਦਿੱਤੇ ਜਾਂਦੇ ਨੇ, ਪਰ ਗੁਰੂ ਸਾਹਿਬ ਜੀ ਦੇ ਅਨੁਸਾਰ ਇੱਕ ਬਹੁਤ ਉੱਚਾ ਰੁਤਬਾ ਹੈ। ਉਹਦੀ ਗੱਲ ਅੱਜ ਗੁਰੂ ਰਾਮਦਾਸ ਜੀ ਨੇ ਕੀਤੀ ਹੈ। ਜੈਤ ਸਰੀ ਮਹੱਲਾ ਚੌਥਾ। ਹਰ ਕੀਰਤ ਕਲ ਜੁਗ ਪਦ ਊਤਮ। ਹਰ ਪਾਈਐ ਸਤਿਗੁਰ ਮਾਝਾ। ਹਉ ਬਲਿਹਾਰੀ ਸਤਿਗੁਰ ਆਪਣੇ। ਜਿਨ ਗੁਪਤ ਨਾਮ ਪ੍ਰਗਾਜਾ। ਜਿਨ ਹਰ ਹਿਰਦੈ ਨਾਮ ਨ ਬਸਿਓ। ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇ ਫਿਰਹਿ ਬਿਨ ਨਾਵੈ। ਹੋਏ ਖਪ ਖਪ ਮੁਏ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਗੁਰ ਗਿਆਨ ਦਿਓ ਮਨ ਸਮਝਾ। ਗੁਰ ਗਿਆਨ ਦਿਓ ਮਨ ਸਮਝਾ। ਪਹਿਲਾਂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਆ ਕਿ ਦੁਨੀਆ ਦੇ ਵਿੱਚ ਵੱਡੀ ਗਿਣਤੀ ਵਿੱਚ ਕੁਝ ਲੋਕ ਐਸੇ ਨੇ ਅਤੇ ਕੁਝ ਕੁੱਖਾਂ ਐਸੀਆਂ ਹਨ ਜਿਨ੍ਹਾਂ ਦੇ ਵਿੱਚ ਪ੍ਰਭੂ ਪਿਆਰ ਨਹੀਂ। ਕੁਝ ਹਿਰਦੇ ਐਸੇ ਆ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਤੜਫ ਜਾਂ ਵੈਰਾਗ ਨਹੀਂ ਹੈਗਾ, ਭਜਨ ਸਿਮਰਨ ਨਹੀਂ ਹੈਗਾ। ਕੁੱਖ ਜਿਹਨੂੰ ਆਪਾਂ ਆਖਦੇ ਹਾਂ, ਇਹਦੇ ਵਿੱਚੋਂ ਬੱਚੇ ਦਾ ਵਿਕਾਸ ਹੁੰਦਾ, ਜਿਸ ਦੇ ਵਿੱਚ ਇੱਕ ਬੱਚੇ ਦੀ 9 ਮਹੀਨੇ ਪਾਲਣਾ ਹੁੰਦੀ ਹੈ, ਜਿੱਥੇ ਵਾਹਿਗੁਰੂ ਪਰਮੇਸ਼ਰ ਉਹਨੂੰ ਰੱਖਦਾ। ਤਾਂ ਉਹ ਜਿਹੜੀ ਧਰਤੀ ਆ, ਜਿਹੜੀ ਕੁੱਖ ਆ, ਉਹਨੂੰ ਧਰਤੀ ਸਮਝੋ। ਉਹ ਧਰਤੀ ਹੁਣ ਉਪਜਾਊ ਨਹੀਂ ਰਹੇਗੀ ਜਦੋਂ ਉਹਦੇ ਵਿੱਚ ਉੱਗਣ ਵਾਲਾ ਜਿਹੜਾ ਬੀਜ ਹੈ, ਪੌਦਾ ਵਾ, ਅਤੇ ਉਹ ਕਿਸ ਤਰ੍ਹਾਂ ਹਰਿਆ ਭਰਿਆ ਹੋ ਸਕਦਾ।
ਜਿਨ ਹਰ ਹਿਰਦੈ ਨਾਮ ਨ ਵਸਿਓ। ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਜਿਹੜੀਆਂ ਕੁੱਖਾਂ ਤਿਨ ਮਾਤ ਕੀਜੈ ਹਰ ਬਾਂਝਾ। ਉਹਨਾਂ ਦੀ ਜਿਹੜੀ ਮਾਤ ਹੈ, ਉਹਨਾਂ ਦੇ ਮਾਂ ਜੀ ਹਨ, ਤੇ ਉਹ ਬਾਂਝ ਰਹਿਣ ਤਾਂ ਬਿਹਤਰ ਹੋਵੇਗਾ, ਕਿਉਂਕਿ ਤਿਨ ਸੁਣੀ ਦੇ ਫਿਰਹਿ ਵਿਨ ਨਾਵੈ, ਓਏ ਖੱਪ ਖੱਪ ਮੂਹੇ ਕਰਾਂਝਾ। ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਇਸ ਕਰਕੇ ਆਮ ਕਰਕੇ ਦੁਨੀਆ ਦੇ ਲੋਕ ਇੱਕ ਬਾਗ ਬਹੁਤ ਜ਼ਿਆਦਾ ਉਹਨਾਂ ਦੀ ਰਸਨਾ ਤੇ ਹੁੰਦਾ ਕਿ ਕੁੜੀਆਂ ਦੇ ਘਰ ਨਹੀਂ ਹੁੰਦੇ, ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਸਹੁਰਾ ਘਰ ਉਹਨਾਂ ਦਾ, ਪੇਕਾ ਘਰ ਉਹਨਾਂ ਦਾ। ਪਰ ਇਹੋ ਜਿਹੇ ਲੋਕਾਂ ਨੂੰ ਕੁਝ ਵੀ ਸਮਝ ਨਹੀਂ ਹੁੰਦੀ ਕਿ ਕੁੜੀਆਂ ਨੂੰ ਵੀ ਘਰ ਦੀ ਲੋੜ ਹੁੰਦੀ ਆ, ਕਿ ਪਰਮਾਤਮਾ ਨੂੰ ਵੀ ਘਰ ਦੀ ਲੋੜ ਹੁੰਦੀ ਆ। ਕੁੜੀਆਂ ਜਿੱਥੇ ਜਾਂਦੀਆਂ ਨੇ ਉੱਥੇ ਘਰ ਬਣਨ ਲੱਗਦੇ ਨੇ। ਉਹਨਾਂ ਦੇ ਜਾਣ ਤੋਂ ਪਹਿਲਾਂ ਘਰ ਸਿਰਫ ਇੱਟਾਂ ਹੁੰਦੀਆਂ ਨੇ, ਚੂਨਾ ਹੁੰਦੇ ਆ, ਪੱਥਰ ਹੁੰਦੇ ਆ। ਜਿੱਥੇ ਉਹ ਜਾ ਕੇ ਵਸਦੀਆਂ ਨੇ ਉੱਥੋਂ ਘਰ ਦੀ ਸ਼ੁਰੂਆਤ ਹੁੰਦੀ ਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕੁੱਖ ਵੀ ਇੱਕ ਘਰ ਆ। ਔਰਤ ਦਾ ਜਿਹੜਾ, ਜਿਹਨੂੰ ਆਪਾਂ ਕਹਿੰਦੇ ਕਿ ਉਹਦੇ ਅੰਦਰ ਜੋ ਵੈਰਾਗ ਹੈ, ਜੋ ਇੱਕ ਸ਼ਕਤੀ ਆ ਇੱਕ ਬੱਚੇ ਨੂੰ ਜਨਮ ਦੇਣ ਵਾਲੀ, ਕੁੱਖ ਵੀ ਇੱਕ ਘਰ ਹੈ। ਤੇ ਹੁਣ ਉਹ ਜੇ ਘਰ ਸਹੀ ਹੋਊਗਾ ਫਿਰ ਉਹਦੇ ਵਿੱਚੋਂ ਬੱਚੇ ਜਿਹੜੇ ਜਨਮ ਲੈਣਗੇ ਤੇ ਉਹ ਸਹੀ ਹੋਣਗੇ, ਪਾਕ ਰੂਹਾਂ ਹੋਣਗੀਆਂ। ਜੇ ਕੁੱਖ ਹੀ ਬੰਦਗੀ ਤੋਂ ਬਿਨਾਂ ਹੋਊਗੀ ਫਿਰ ਬੱਚੇ ਜਿਹੜੇ ਨੇ ਫਿਰ ਉਹਨਾਂ ਦਾ ਸੁਭਾਅ ਠੀਕ ਨਹੀਂ ਹੋ ਗਿਆ, ਉਹ ਫਿਰ ਆਉਣ ਵਾਲੀਆਂ ਪੀੜ੍ਹੀਆਂ ਤੇ ਦਾਗ ਲਾਉਣਗੇ। ਜਿਨ ਹਰ ਹਿਰਦੈ ਨਾਮ ਨ ਵਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਉਹ ਕੁੱਖ ਬਾਂਝ ਰਹੇ ਤਾਂ ਬਿਹਤਰ ਹੈ, ਜਿਹੜੀ ਕੁੱਖ ਭਗਤ ਨੂੰ ਜਨਮ ਨਹੀਂ ਦੇ ਸਕਦੀ, ਯੋਧਿਆਂ ਨੂੰ ਜਨਮ ਨਹੀਂ ਦੇ ਸਕਦੀ, ਸੂਰਮਿਆਂ ਨੂੰ ਜਨਮ ਨਹੀਂ ਦੇ ਸਕਦੀ, ਕਿਸੇ ਉੱਚੇ ਆਦਰਸ਼ ਵਾਲੇ ਮਨੁੱਖ ਨੂੰ ਜਨਮ ਨਹੀਂ ਦੇ ਸਕਦੀ, ਸੰਤਾਂ ਸਾਧੂਆਂ ਨੂੰ ਜਨਮ ਨਹੀਂ ਦੇ ਸਕਦੀ, ਤਾਂ ਉਹ ਕੁੱਖ ਬਾਂਝ ਰਹੇ ਤੋਂ ਬਿਹਤਰ ਆ। ਤਾਂ ਕੀੜੇ ਮਕੌੜਿਆਂ ਨੂੰ ਜਨਮ ਦੇਣ ਦੇ ਨਾਲ ਕੀ ਹੋਵੇਗਾ? ਧਰਤੀ ਦਾ ਭਾਰ ਵਧੇਗਾ। ਜਿਨ ਹਰ ਹਿਰਦੈ ਨਾਮ ਨ ਵਸਿਓ, ਜਿਸ ਕੁੱਖ ਦੇ ਵਿੱਚ ਤੇ ਵਾਹਿਗੁਰੂ ਦਾ ਨਾਮ ਨਹੀਂ, ਉਹ ਕੁੱਖ ਬਾਂਝ ਰਹੇ ਤਾਂ ਬਿਹਤਰ ਆ। ਗੁਰੂ ਸਾਹਿਬ ਜੀ ਇਹ ਕੋਈ ਸ਼ਰਾਪ ਨਹੀਂ ਦੇ ਰਹੇ। ਗੁਰੂ ਰਾਮਦਾਸ ਜੀ ਸਗੋਂ ਸਮਝਾ ਰਹੇ ਹੈ ਇੱਕ ਔਰਤ ਨੂੰ ਕਿ ਦੁਨੀਆ ਵਿੱਚ ਤੇਰਾ ਰੁਤਬਾ ਕੀ ਆ। ਲੋਕ ਭਾਵੇਂ ਕਹਿੰਦੇ ਆ ਕਿ ਕੁੜੀਆਂ ਦੇ ਘਰ ਨਹੀਂ ਹੁੰਦੇ, ਪਰ ਉਹਨਾਂ ਲੋਕਾਂ ਨੂੰ ਬਿਲਕੁਲ ਵੀ ਸਮਝ ਨਹੀਂ। ਕੁੜੀਆਂ ਜਿੱਥੇ ਜਾਂਦੀਆਂ ਨੇ ਉੱਥੋਂ ਘਰ ਬਣਨ ਲੱਗਦੇ ਆ। ਪਹਿਲਾਂ ਘਰ ਸਿਰਫ ਇੱਕ ਇੱਟਾਂ ਹੁੰਦੀਆਂ ਨੇ, ਗਾਰਾ ਹੁੰਦੇ ਆ, ਚੂਨਾ ਹੁੰਦੇ ਆ, ਪੱਥਰ ਹੁੰਦੇ ਆ, ਜਾਂ ਪਲਾਸਟਰ ਕੀਤੇ ਹੋਏ ਮਕਾਨ ਹੁੰਦੇ ਆ, ਘਰ ਨਹੀਂ ਹੁੰਦੇ। ਘਰ ਔਰਤ ਦੇ ਨਾਲ ਹੀ ਬਣਦਾ ਹੈ। ਤਿੰਨ ਸੁਣੀ ਦੇਹ ਫਿਰਹਿ ਬਿਨ ਨਾਵੈ, ਓਏ ਖੱਪ ਖੱਪ ਮੂਹੇ ਕਰਾਂਝਾ। ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਆ, ਪਰ ਹੁਣ ਉਹ ਜਿਹੜੀ ਔਰਤ ਆ ਉਹਨੂੰ ਵੀ ਆਪਦਾ ਫਰਜ਼ ਸਮਝਣਾ ਚਾਹੀਦਾ ਹੈ। ਉਹਦੀ ਜਿਹੜੀ ਕੁੱਖ ਆ ਉਹ ਵੀ ਇੱਕ ਘਰ ਆ, ਜਿਸ ਦੇ ਵਿੱਚੋਂ ਹੀ ਬੱਚੇ ਨੇ ਜਨਮ ਲੈਣਾ। ਜੇ ਉਹ ਕੁੱਖ ਵਧੀਆ ਹੋਊਗੀ, ਬੰਦਗੀ ਵਾਲੀ ਹੋਊਗੀ, ਉਹਦੇ ਵਿੱਚੋਂ ਭਗਤ, ਸੂਰਵੀਰ, ਯੋਧੇ, ਦਾਨੀ, ਵੈਰਾਗੀ, ਤਿਆਗੀ, ਸਾਧੂ ਜਨ, ਸੰਤ, ਫਕਰ, ਫਕੀਰ, ਚੰਗੇ ਭਲੇ ਬੰਦੇ ਪੈਦਾ ਹੋਣਗੇ। ਜੇ ਕੁੱਖ ਵਿੱਚ ਬੰਦਗੀ ਨਹੀਂ ਹੋਊਗੀ ਫਿਰ ਉਹਦੇ ਵਿੱਚੋਂ ਮਾੜੇ ਬੰਦੇ, ਬੁਰੇ ਮਨੁੱਖ, ਸਾਕਤ ਬੰਦੇ, ਬਦਬਖਤ, ਬਦਕਿਸਮਤ, ਦੁਨੀਆ ਦੇ ਸਿਰ ਤੇ ਭਾਰ ਬਣਨ ਵਾਲੇ ਇਹੋ ਜਿਹੇ ਮਨੁੱਖ ਪੈਦਾ ਹੋਣਗੇ। ਤਾਂ ਇਹ ਅੱਜ ਜੋ ਸਭ ਕੁਝ ਹੋ ਰਿਹਾ ਉਹਦਾ ਜਵਾਬ ਗੁਰਬਾਣੀ ਵਿੱਚ ਆ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆ ਇਹ ਕਿ ਕਲਯੁਗ ਦੇ ਵਿੱਚ ਕੁਝ ਅਜਿਹੇ ਬੱਚੇ ਪੈਦਾ ਹੋਣਗੇ ਜਿਹੜੇ ਕਿ ਜਿੰਨ ਪ੍ਰੇਤ ਤੋਂ ਘੱਟ ਨਹੀਂ ਹੋਣਗੇ। ਵਾਰ-ਵਾਰ ਉਹ ਮਾਂ ਪਿਓ ਨੂੰ ਦੁਖੀ ਕਰਨਗੇ, ਵਾਰ-ਵਾਰ ਉਹ ਉਹਨਾਂ ਦੇ ਅੱਗੇ ਬੋਲਣਗੇ
ਬਾਰ-ਬਾਰ ਉਹ ਉਹਨਾਂ ਦੇ ਉਲਟ ਚੱਲਣਗੇ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਉਹ ਕੁੱਖ ਹੀ ਆ। ਇਸ ਕਰਕੇ ਬਹੁਤੀ ਵਾਰ ਅਸੀਂ ਇਹ ਕਹਿ ਦਿੰਦੇ ਹਾਂ ਕਿ ਪਿਤਾ ਨੂੰ ਜ਼ਿਆਦਾ ਫਰਜ਼ ਬਣਦੇ ਆ, ਮਾਤਾ ਦੇ ਜਿਹੜੇ ਨੇ ਉਹਦੇ ਬਰਾਬਰ ਹੀ ਫਰਜ਼ ਹੁੰਦੇ ਆ ਇੱਕ ਪਿਤਾ ਦੇ। ਪਰ ਜਿਹੜੀ ਅਸਲ ਗੱਲ ਹੈ ਉਹ ਗੁਰੂ ਰਾਮਦਾਸ ਜੀ ਨੇ ਮਾਤਾ ਜੀ ਨੂੰ ਹੀ ਕਿਉਂ ਕਿਹਾ ਵਾ, ਇੱਕ ਮਾਂ ਨੂੰ ਕਿਉਂ ਕਿਹਾ? ਮਾਂ ਦਾ ਸੰਬੰਧ ਜੋ ਬੱਚੇ ਨਾਲ ਹੈ ਉਹ ਜ਼ਿਆਦਾ ਲੰਮਾ ਸਮਾਂ ਹੈ। 9 ਮਹੀਨੇ ਮਾਂ ਹੀ ਉਹਨੂੰ ਪੇਟ ਵਿੱਚ ਰੱਖਦੀ ਹੈ, ਪਿਤਾ ਨਹੀਂ ਰੱਖ ਸਕਦਾ, ਨਾ ਉਹਨੂੰ ਇੰਨੀ ਸ਼ਕਤੀ ਮਾਲਕ ਨੇ ਦਿੱਤੀ ਹੈ। ਤਾਂ ਹੁਣ ਜਦੋਂ ਉਹਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਵਾਹਿਗੁਰੂ ਨੇ, ਤੇ ਹੁਣ ਮਾਂ ਦਾ ਜਿਹੜਾ ਫਰਜ਼ ਆ ਗੁਰੂ ਰਾਮਦਾਸ ਜੀ ਕਹਿੰਦੇ ਉਹਨੂੰ ਨਿਭਾਉਣਾ ਚਾਹੀਦਾ। ਤਾਂ ਜੇ ਅੱਜ ਅਸੀਂ ਇਹੋ ਜਿਹੇ ਬੱਚੇ ਵੇਖਦੇ ਹਾਂ ਜਿਹੜੇ ਕਿ ਅੱਗੇ ਬੋਲਦੇ ਆ ਮਾਂ ਪਿਓ ਦੇ, ਜਾਂ ਜੋ ਵੀ ਗਲਤ ਕੁਝ ਹੁੰਦਾ, ਉਹ ਸਾਰਾ ਉਸ ਕੁੱਖ ਦਾ ਹੀ ਨਤੀਜਾ ਹੈ। ਉਸ ਸਮੇਂ ਕਹਿ ਲਓ ਜਦੋਂ ਉਹ ਪੇਟ ਵਿੱਚ ਸੀ, ਉਦਰ ਵਿੱਚ ਉਦੋਂ ਬੰਦਗੀ ਨਹੀਂ ਹੋ ਪਾਈ ਮਾਂ ਤੋਂ, ਤੇ ਹੁਣ ਉਹ ਬੱਚੇ ਦਾ ਸੁਭਾਅ ਇਸ ਤਰ੍ਹਾਂ ਦਾ ਹੈ। ਇੱਦਾਂ ਵੀ ਸੰਸਕਾਰ ਜੁੜਦੇ ਆ। ਇਹਨਾਂ ਚੀਜ਼ਾਂ ਨੂੰ ਸਵੀਕਾਰ ਕਰਨ ਲਈ ਥੋੜ੍ਹੀ ਸ਼ੁਭ ਦ੍ਰਿਸ਼ਟੀ ਜਿਹਨੂੰ ਆਪਾਂ ਕਹਿੰਦੇ ਹੋ ਚਾਹੀਦੀ ਹੈ ਇਨਸਾਨ ਕੋਲੇ। ਤਾਂ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹੇ ਮੇਰੇ ਮਨ ਤੂੰ ਹਰੀ ਦਾ ਰਾਮ ਨਾਮ ਜਪ। ਜਿਹੜਾ ਤੇਰੇ ਅੰਦਰ ਵਸਦਾ। ਗੁਰੂ ਰਾਮਦਾਸ ਜੀ ਬੰਦੇ ਨੂੰ ਚਾਨਣ ਕਰਵਾਉਂਦੇ ਆ। ਜਦੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਏ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕੀਤੇ ਆ ਸੰਪੂਰਨ, ਉਹ ਕਹਿੰਦੇ ਜਦੋਂ ਸਾਰੇ ਅਰਥ ਉਹਨਾਂ ਨੇ ਆਪਣੀ ਜੀਵਨੀ ਵਿੱਚ ਦੱਸਿਆ, ਜਦੋਂ ਸਾਰੇ ਅਰਥ ਸੰਪੂਰਨ ਹੋ ਗਏ ਗੁਰੂ ਦੀ ਕਿਰਪਾ ਨਾਲ, ਤੇ ਉਹਨਾਂ ਨੂੰ ਜਿਹੜੇ ਪਬਲਿਸ਼ਰ ਨੇ ਉਹ ਪੁੱਛਦੇ ਆ ਵੀ ਇਹਦਾ ਨਾਮ ਕੀ ਰੱਖੋਗੇ ਆਪਣੀ ਕਿਤਾਬ ਦਾ? ਤਾਂ ਉਹ ਕਹਿਣ ਲੱਗੇ ਇਹਦਾ ਨਾਮ ਸੋਚ ਸੋਚ ਕੇ ਰੱਖੀਏ। ਸੋਚਦੇ ਗਏ, ਫਿਰ ਉਹ ਕਹਿੰਦੇ ਇਹਦਾ ਨਾਮ ਹੋਵੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਣ। ਦਰਪਣ ਤਾਂ ਹੁਣ ਸ਼ੀਸ਼ੇ ਨੂੰ ਕਹਿੰਦੇ ਆ। ਦਰਪਣ ਹੁੰਦਾ ਸ਼ੀਸ਼ਾ, ਇਹਨੂੰ ਆਰਸੀ ਵੀ ਕਹਿੰਦੇ ਆ, ਮਿਰਰ ਵੀ ਕਹਿੰਦੇ ਆ, ਸ਼ੀਸ਼ਾ, ਕਈ ਨਾਮ ਹੈ ਇਹਦੇ। ਤੇ ਉਹ ਕਹਿੰਦੇ ਤੁਸੀਂ ਕਿਉਂ ਰੱਖਿਆ? ਕਿਸੇ ਨੇ ਪੁੱਛਿਆ ਉਹਨਾਂ ਤੋਂ ਵੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਇਹ ਨਾਮ ਤੁਸੀਂ ਕਿਉਂ ਦਿੱਤਾ, ਦਰਪਣ ਹੀ ਕਿਉਂ ਦਿੱਤਾ ਨਾਮ? ਉਹ ਕਹਿੰਦੇ ਦਰਪਣ ਮੈਂ ਤਾਂ ਦਿੱਤਾ, ਗੁਰੂ ਸਾਹਿਬ ਵੀ ਸ਼ੀਸ਼ੇ ਹੀ ਨੇ। ਜਿਹੜਾ ਘਰ ਵਿੱਚ ਲੱਗਾ ਹੋਇਆ ਸ਼ੀਸ਼ਾ ਉਹ ਸਾਨੂੰ ਦੱਸਦਾ ਸਾਡੀ ਦਸਤਾਰ ਕਿੱਦਾਂ ਦੀ ਆ, ਸਾਡੇ ਕੱਪੜੇ ਕਿੱਦਾਂ ਦੇ ਆ, ਸਾਡੇ ਚਿਹਰੇ 'ਤੇ ਕੋਈ ਦਾਗ ਤਾਂ ਨਹੀਂ, ਅੱਖ ਦੇ ਵਿੱਚ ਕੁਝ ਪੈ ਗਿਆ ਤੇ ਉਹਨੂੰ ਕੱਢਣ ਵਿੱਚ ਉਹ ਮਦਦਗਾਰ ਹੁੰਦਾ। ਘਰ ਵਿੱਚ ਲੱਗਾ ਸ਼ੀਸ਼ਾ ਦੀਵਾਰ 'ਤੇ। ਗੁਰੂ ਸਾਹਿਬ ਉਹ ਸ਼ੀਸ਼ੇ ਆ ਜਿਹੜੇ ਮਨ 'ਤੇ ਲੱਗੇ ਹੋਏ ਦਾਗ ਦੱਸਦੇ ਆ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਉਦੋਂ ਸਾਨੂੰ ਸਮਝ ਆਉਂਦੀ ਮੈਂ ਕਿੰਨਾ ਦਾਗੀ ਹਾਂ। ਜਿਵੇਂ ਅਸੀਂ ਘਰ ਵਿੱਚ ਲੱਗਾ ਹੋਇਆ ਸ਼ੀਸ਼ਾ ਵੇਖਦੇ ਹਾਂ, ਚਿਹਰੇ 'ਤੇ ਕਿੰਨੇ ਦਾਗ ਨੇ, ਹੂ ਗੁਰੂ ਸਾਹਿਬ ਜੀ ਵੀ ਉਹ ਦਰਪਣ ਨੇ, ਉਹ ਸ਼ੀਸ਼ੇ ਨੇ ਜਿਨ੍ਹਾਂ ਵਿੱਚੋਂ ਦੀ ਸਾਨੂੰ ਪਤਾ ਲੱਗਦਾ ਮੈਂ ਕਿੰਨਾ ਮੈਲਾ ਹਾਂ, ਕਿੰਨਾ ਮੈਂ ਦਾਗੀ ਹਾਂ। ਗੁਰੂ ਸਾਹਿਬ ਜੀ ਸ਼ੀਸ਼ੇ ਆ। ਮਨ ਵੀ ਸਾਡਾ ਸ਼ੀਸ਼ਾ ਹੀ ਆ। ਇਹ ਮਨ ਆਰ ਸੀ ਕੋਈ ਗੁਰਮੁਖ ਦੇਖੈ, ਪਰ ਉਹਨੂੰ ਗੁਰਮੁਖ ਵੇਖਦੇ ਆ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦੀ ਉਹ ਮਨ ਸਮਝਾ। ਹੁਣ ਜਦੋਂ ਗੁਰੂ ਸਾਹਿਬ ਨੇ ਗਿਆਨ ਦਿੱਤਾ ਸੋਝੀ ਉਦੋਂ ਆਈ ਆ। ਗਿਆਨ ਦੇਣ ਵਾਲਾ ਗੁਰੂ ਹੈ, ਸਮੱਤ ਦੇਣ ਵਾਲਾ ਪਰਮਾਤਮਾ ਹੈ। ਫਿਰ ਮੈਂ ਕੀ ਹਾਂ? ਮੈਂ ਜਿਹੜੀ ਬੰਦੇ ਦੀ ਆ ਉਹ ਕੀ ਹੈ? ਤਾਂ ਇੱਕ ਸੰਤਾਂ ਨੂੰ ਮੈਂ ਪੜ੍ਹ ਰਿਹਾ ਸੀ, ਉਹਨਾਂ ਨੇ ਬਹੁਤ ਸੁੰਦਰ ਗਾਥਾ ਲਿਖੀ, ਇਵੇਂ ਵੱਧ ਸਮਝ ਆਊਗੀ ਇਸ ਗੱਲ ਦੀ। ਇੱਕ ਰਾਜਾ ਸੀ ਕੋਈ, ਤੇ ਉਹਨੇ ਇੱਕ ਫਕੀਰ ਤਬੀਅਤ ਦੇ ਬੰਦੇ ਨੂੰ ਬੁਲਾਉਣਾ ਚਾਹਿਆ ਦਰਬਾਰ ਵਿੱਚ। ਕਿਸੇ ਨੇ ਦੱਸਿਆ ਉਹਦੀ ਭਜਨ ਬੰਦਗੀ ਬਹੁਤ ਆ, ਕਮਾਈ ਵਾਲਾ ਸਾਧੂ ਹੈ ਕੋਈ, ਤੇ ਉਹਦਾ ਨਾਮ ਸੀਗਾ ਸੇਨ ਸੰਤ। ਉਹਨੂੰ ਸੇਨ ਕਰਕੇ ਲੋਕ ਕਹਿੰਦੇ ਸੀ। ਰਾਜੇ ਨੇ ਉਹਨੂੰ ਨਿਉਂਦਾ ਭੇਜਿਆ ਕਿ ਫਕੀਰ ਜੀ ਮੇਰੇ ਕੋਲ ਜ਼ਰੂਰ ਆਓ। ਉਹਨੇ ਚਿੱਠੀ ਵਿੱਚ ਜਵਾਬ ਦਿੱਤਾ, ਕਹਿੰਦਾ ਕਿ ਮੈਂ ਆਵਾਂਗਾ ਤੁਹਾਡੇ ਕਹਿਣ 'ਤੇ, ਪਰ ਸੱਚ ਜਾਣਿਓ ਸੇਨ ਨਹੀਂ ਆਵੇਗਾ।
ਨਾਲੇ ਉਹਨੇ ਲਿਖ ਦਿੱਤਾ ਕਿ ਮੈਂ ਆਵਾਂਗਾ, ਪਰ ਉਹਨੇ ਲਿਖ ਦਿੱਤਾ ਵੀ ਤੁਹਾਨੂੰ ਲੱਗੇਗਾ ਮੈਂ ਆਵਾਂਗਾ, ਅਸਲ ਵਿੱਚ ਮੈਂ ਨਹੀਂ ਆਵਾਂਗਾ। ਮੈਂ ਤੁਹਾਡੇ ਕੋਲ ਰੁਕਾਂਗਾ, ਪਰ ਅਸਲ ਵਿੱਚ ਸੇਨ ਤੁਹਾਡੇ ਕੋਲ ਨਹੀਂ ਰੁਕੇਗਾ। ਮੈਂ ਤੁਹਾਡੇ ਨਾਲ ਵਿਚਾਰ ਕਰਾਂਗਾ, ਪਰ ਅਸਲ ਵਿੱਚ ਮੈਂ ਵਿਚਾਰ ਨਹੀਂ ਕਰਾਂਗਾ। ਤਾਂ ਰਾਜੇ ਨੂੰ ਸਮਝ ਨਹੀਂ ਆਈ। ਉਹ ਸਾਧੂ ਸੰਤ ਜਿਹੜੇ ਹੁੰਦੇ ਨੇ, ਇਹਨਾਂ ਦੀਆਂ ਗੱਲਾਂ ਰਮਜਾਂ ਵਿੱਚ ਹੁੰਦੀਆਂ ਨੇ। ਤਾਂ ਉਹ ਰੱਥ 'ਤੇ ਸਵਾਰ ਹੋ ਕੇ ਆ ਜਾਂਦੇ ਆ। ਸੇਨ ਸੰਤ ਜਿਹੜੇ ਨੇ ਉਹਨਾਂ ਨੂੰ ਲਿਆਂਦਾ ਜਾਂਦਾ, ਅੱਗੇ ਘੋੜੇ ਹੁੰਦੇ ਆ, ਵਿਚਾਰ ਚਰਚਾ ਹੁੰਦੀ। ਰਾਜਾ ਬਹੁਤ ਸਵਾਗਤ ਕਰਦਾ ਵੀ ਚਲੋ ਕਮਾਈ ਵਾਲੇ ਸਾਧੂ ਸੰਤ ਆ। ਫਿਰ ਉਹ ਪੁੱਛਦਾ ਵੀ ਇਹ ਤੁਸੀਂ ਕਿਉਂ ਕਿਹਾ? ਉਹ ਕਹਿਣ ਲੱਗਾ ਹਜੇ ਵੀ ਮੈਂ ਤੈਨੂੰ ਕਹਿ ਰਿਹਾ ਕਿ ਮੈਂ ਆਇਆ, ਮੈਂ ਨਹੀਂ ਆਇਆ। ਪਰ ਰਾਜੇ ਨੂੰ ਸਮਝ ਨਹੀਂ ਲੱਗੀ ਇਹ ਗੱਲਾਂ ਦੀ। ਉਹ ਫਿਰ ਕਹਿੰਦੇ ਚਲੋ ਆਪਾਂ ਬਾਹਰ ਚੱਲਦੇ ਹਾਂ। ਉੱਥੇ ਜਿਹੜਾ ਰੱਥ ਖੜਾ ਸੀਗਾ ਨਾ, ਰੱਥ, ਸੰਤ ਨੇ ਕੀ ਕੀਤਾ ਕਿ ਜਿਹੜੇ ਘੋੜੇ ਸੀ ਪਹਿਲਾਂ ਰੱਥ ਨਾਲੋਂ ਅਲੱਗ ਕਰਤੇ। ਤਾਂ ਉਹ ਕਹਿਣ ਲੱਗੇ ਹੁਣ ਦੱਸੋ ਇਹ ਰੱਥ ਹੈ? ਰਾਜਾ ਕਹਿੰਦਾ ਨਹੀਂ, ਪਹਿਲਾਂ ਰੱਥ ਸੀਗਾ ਇਹ, ਹੁਣ ਤਾਂ ਤੁਸੀਂ ਘੋੜੇ ਇਹਦੇ ਨਾਲੋਂ ਅਲੱਗ ਕਰਕੇ ਪਾਸੇ ਕਰਤੇ, ਹੁਣ ਰੱਥ ਨਹੀਂ ਹੋ ਸਕਦਾ, ਹੁਣ ਰੱਥ ਨਹੀਂ ਕਹਾ ਸਕਦਾ। ਫਿਰ ਉਹਨੇ ਕੀ ਕੀਤਾ, ਪਹੀਏ ਉਤਾਰ ਤੇ ਸੰਤ ਨੇ, ਦੋਨੇ ਜਿਹੜੇ ਰੱਥ ਦੇ ਸੀ ਪਹੀਏ ਉਤਾਰ ਕੇ ਪਾਸੇ ਰੱਖਦੇ। ਕਹਿੰਦਾ ਹੁਣ ਕੀ ਆ ਇਹ? ਉਹ ਕਹਿੰਦਾ ਹੁਣ ਤਾਂ ਇਹ ਰੱਥ ਬਿਲਕੁਲ ਵੀ ਨਹੀਂ ਹੈ। ਫਿਰ ਉਹਨੇ ਬਾਕੀ ਇੱਕ ਤੀਲਾ ਕਰ ਦਿੱਤਾ ਅਲੱਗ ਉਹਦਾ ਰੱਥ ਦਾ। ਕਹਿੰਦਾ ਹੁਣ ਦੱਸ ਇਹ ਕੀ ਹੈ? ਰਾਜੇ ਨੂੰ ਪੁੱਛਿਆ, ਕਹਿੰਦਾ ਇਹ ਰੱਥ ਨਹੀਂ ਹੈਗਾ, ਇਹ ਤਾਂ ਸਿਰਫ ਚੀਜ਼ਾਂ ਦਾ ਜਦੋਂ ਜੋੜ ਬਣਿਆ, ਲੱਕੜ ਜੁੜੀ, ਪਹੀਏ ਲੱਗੇ ਉਹਦੇ ਨਾਲ, ਅਤੇ ਉਹਦੇ 'ਤੇ ਬੈਠਣ ਲਈ ਸੀਟ ਬਣਾਈ ਗਈ ਲੱਕੜ ਦੀ। ਇੱਦਾਂ ਹੀ ਬਿਲਕੁਲ ਘੋੜੇ ਜੋੜੇ ਗਏ, ਕਈ ਘੋੜੇ। ਫਿਰ ਜਾ ਕੇ ਉਹਨਾਂ ਨੂੰ ਲਗਾਮਾਂ ਪਾਈਆਂ ਗਈਆਂ। ਫਿਰ ਜਾ ਕੇ ਉਹਨਾਂ ਨੂੰ ਕਾਬੂ ਕਰਨ ਲਈ ਅਤੇ ਇੱਕ ਉਹਨਾਂ ਨੂੰ ਚਲਾਉਣ ਲਈ ਚਾਲਕ ਬਣਿਆ। ਫਿਰ ਇਹ ਰੱਥ ਬਣਿਆ, ਇਹਨਾਂ ਚੀਜ਼ਾਂ ਦਾ ਜੋੜ। ਫਿਰ ਸੰਤ ਕਹਿੰਦਾ ਤਾਂ ਹੀ ਮੈਂ ਤੈਨੂੰ ਕਹਿਣਾ ਨਾ, ਜਿਹੜੀ ਸਾਡੀ ਮੈਂ ਆ, ਉਹ ਮੈਂ ਵਾਰ-ਵਾਰ ਕਿਉਂ ਕਹਿ ਰਿਹਾ ਸੀ ਕਿ ਮੈਂ ਤਾਂ ਆਉਣਾ ਹੀ ਨਹੀਂ, ਮੈਂ ਆ ਕੇ ਵੀ ਨਹੀਂ ਆਉਣਾ, ਕਿ ਅਸੀਂ ਸਾਰੇ ਇੱਕ ਚੀਜ਼ ਦਾ ਜੋੜ ਹਾਂ, ਉਹ ਕਰਤੇ ਦੇ ਜਿਹੜੀ ਸਾਨੂੰ ਬਖਸ਼ੀ। ਜ਼ਿੰਦਗੀ ਕਿਆ ਹੈ ਤਰਤੀਬ ਆ ਨਵਸੁਰ ਕਾ ਜਹੂਰ, ਮੌਤ ਕਿਆ ਹੈ, ਜ਼ਿੰਦਗੀ ਕੀ ਆ ਪੰਜਾਂ ਤੱਤਾਂ ਦਾ ਜੋੜ। ਜਿਵੇਂ ਕਿ ਰੱਥ ਜਿਹੜਾ ਜੋੜਿਆ ਸੀ, ਲੈ ਕੇ ਆਏ ਸੀ, ਉਹ ਰੱਥ ਸੀਗਾ। ਉਹ ਲੱਗਦਾ ਸੀ ਵੀ ਰੱਥ ਨੂੰ ਵੀ ਮੈਂ ਕੁਝ ਹਾਂ, ਪਰ ਅਸਲ ਵਿੱਚ ਉਹ ਕੁਝ ਵੀ ਨਹੀਂ ਹੈਗਾ। ਰੱਥ ਚੀਜ਼ਾਂ ਦਾ ਜੋੜ ਆ। ਇਹ ਰੱਥ ਕਹੇ ਕਿ ਮੈਂ ਬਹੁਤ ਕੁਝ ਹਾਂ, ਪਰ ਹੈਗਾ ਉਹ ਚੀਜ਼ਾਂ ਦਾ ਜੋੜ ਹੀ ਹੈ। ਜਦੋਂ ਉਹਨੂੰ ਵੱਖ-ਵੱਖ ਕੀਤਾ ਸੰਤ ਨੇ, ਕੁਝ ਵੀ ਨਹੀਂ। ਜ਼ਿੰਦਗੀ ਕੀ ਆ ਪੰਜਾਂ ਤੱਤਾਂ ਦਾ ਜੋੜ, ਮੌਤ ਕੀ ਆ, ਇਹਨਾਂ ਦਾ ਹੀ ਵੱਖ-ਵੱਖ ਹੋ ਜਾਣਾ। ਇਹ ਸਾਰੀਆਂ ਚੀਜ਼ਾਂ ਉਹ ਸੰਤ ਕਹਿੰਦਾ ਕੀਤੀਆਂ ਕਿਹਨੇ? ਰੱਥ ਕਿਹਨੇ ਜੋੜਿਆ? ਇਹ ਉਹਨੇ ਰੱਥ ਕਹਿਤਾ ਸਰੀਰ ਨੂੰ। ਰੱਥ ਕਿਹਨੇ ਜੋੜਿਆ? ਕਹਿੰਦੇ ਰੱਬ ਨੇ। ਹਵਾ, ਪਾਣੀ, ਮਿੱਟੀ, ਅਗਨੀ, ਆਕਾਸ਼, ਪੰਜ ਤੱਤ ਨੇ, ਓਪੋਜ਼ਿਟ ਆ। ਉਹਨੇ ਇੱਕ ਥਾਂ ਗੁੰਨ ਕੇ ਬਣਾਤੇ। ਹੁਣ ਸਾਨੂੰ ਲੱਗੀ ਜਾਂਦਾ ਕਿ ਅਸੀਂ ਕੁਝ ਹੈਗੇ ਹਾਂ। ਸੰਤ ਨੇ ਫਿਰ ਉਹ ਰਾਜੇ ਨੂੰ ਦੱਸਿਆ, ਕਹਿੰਦਾ ਮੈਂ ਤਾਂ ਕਹਿੰਦਾ ਵੀ ਮੈਂ ਤਾਂ ਆਇਆ ਹੀ ਨਹੀਂ ਇੱਥੇ ਤੇਰੇ ਕੋਲੇ, ਮੈਂ ਤਾਂ ਹੈ ਹੀ ਨਹੀਂ ਹੈਗਾ, ਮੈਂ ਕੁਝ ਵੀ ਨਹੀਂ ਹਾਂ, ਬਸ ਸ਼ੂਨਯ ਹੋ ਗਏ। ਉਹ ਸ਼ੂਨਯ ਦਾ ਅਰਥ ਆ ਜੀਰੋ। ਜਦੋਂ ਤੁਸੀਂ ਇਹ ਜੀਰੋ ਹੋ ਜਾਂਦੇ ਹੋ, ਉਦੋਂ ਤੂੰ ਪ੍ਰਗਟ ਹੁੰਦੀ ਹੈ। ਜਿਹਨੂੰ ਭਗਤ ਕਬੀਰ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਤੱਕ ਮੈਂ ਹਾਂ ਉਦੋਂ ਤੱਕ ਤੂੰ ਨਹੀਂ ਹੈਗਾ। ਜਦੋਂ ਤੱਕ ਮੇਰੀ ਮੈਂ ਵਿੱਚ ਬੋਲਦੀ ਆ, ਤੂੰ ਮੇਰੇ 'ਚੋਂ ਪ੍ਰਗਟ ਨਹੀਂ ਹੋ ਸਕਦਾ। ਇਹੀ ਭਗਤ ਰਵਿਦਾਸ ਜੀ ਕਹਿੰਦੇ ਆ, ਇਹੀ ਭਗਤ ਨਾਮਦੇਵ ਜੀ ਕਹਿੰਦੇ ਆ ਵਾਰ-ਵਾਰ। ਤਾਂ ਉਹ ਕਿਉਂ ਕਹਿੰਦੇ ਨੇ ਕਿ ਅਸੀਂ ਜਿਵੇਂ ਰੱਥ ਆ, ਘੋੜਿਆਂ ਦਾ ਜੋੜ ਆ, ਪਹੀਆਂ ਦਾ ਜੋੜ ਆ, ਲੱਕੜ ਦਾ ਬਣਿਆ ਹੋਇਆ ਹੈ, ਜੇ ਉਹ ਜੁੜ ਗਿਆ ਤੇ ਰੱਥ ਆ, ਤੇ ਬਿਖਰ ਗਿਆ ਤੇ ਕੁਝ ਵੀ ਨਹੀਂ। ਤਾਂ ਬਣਾਉਣ ਵਾਲੇ ਜਿਹੜਾ ਹੈ ਉਹਦੇ ਕਰਕੇ ਉਹ ਰੱਥ ਆ, ਹੁਣ ਜੋੜਨ ਵਾਲੇ ਕਰਕੇ ਰੱਥ ਆ। ਵੈਸੇ ਉਹ ਕੁਝ ਵੀ ਨਹੀਂ, ਵੈਸੇ ਲੱਕੜ ਦਾ ਤੀਲਾ ਉਹਨੇ ਕਰਤਾ। ਉਹ ਕਹਿੰਦਾ ਹੁਣ ਰੱਥ ਹੈ ਰਾਜਨ। ਤਾਂ ਇਹੋ ਜਿਹੇ ਜਿਹੜੇ ਸੰਤ ਹੁੰਦੇ ਆ, ਗੁਰੂ ਸਾਹਿਬ ਜੀ ਹੁਣ ਇੱਥੇ ਕਹਿ ਰਹੇ, ਗੁਰੂ ਰਾਮਦਾਸ ਜੀ, ਹਰ ਕੀਰਤ ਕਲਯੁਗ ਪਦ ਊਤਮ, ਹਰ ਪਾਈਐ ਸਤਿਗੁਰ ਮਾਝਾ। ਕਈ ਵਾਰੀ ਸਰਕਾਰੀ ਰੁਤਬਾ ਕਿਸੇ ਨੂੰ ਮਿਲਦਾ, ਬਹੁਤ ਵਧੀਆ ਗੱਲ ਆ, ਕੋਈ ਅਚੀਵਮੈਂਟ ਕਰਨੀ ਜ਼ਿੰਦਗੀ ਵਿੱਚ, ਚੰਗੇ ਮੌਕੇ ਹੋਣ, ਗੁਰੂ ਸਾਹਿਬ ਜੀ ਫਿਰ ਬਖਸ਼ਿਸ਼ਾਂ ਕਰਦੇ ਆ, ਬਹੁਤ ਤਰ੍ਹਾਂ ਦੇ ਅਹੁਦੇ ਮਿਲ ਜਾਂਦੇ ਆ, ਰੁਤਬੇ ਮਿਲਦੇ ਆ, ਵਧੀਆ ਗੱਲਾਂ ਨੇ। ਪਰ ਕਲਯੁਗ ਦੇ ਵਿੱਚ ਸਭ ਤੋਂ ਪਦ ਊਤਮ,
उत्तम दर्जा की है, हर पाईए सतगुर माझा। ਉਹਦੇ ਨਾਮ ਨੂੰ ਜਪਣਾ ਇਹ ਬਹੁਤ ਉੱਚਾ ਰੁਤਬਾ ਹੈ। ਤੇ ਜਿਵੇਂ ਕਿ ਔਰੰਗਜ਼ੇਬ ਬਾਦਸ਼ਾਹ ਹੋਇਆ, ਸਾਰੇ ਉਹ ਹਿੰਦੁਸਤਾਨ ਦਾ ਰਾਜਾ ਸੀਗਾ, ਦਿੱਲੀ ਦੇ ਤਖਤ 'ਤੇ ਬੈਠਾ, ਛੋਟਾ ਰੁਤਬਾ ਨਹੀਂ ਹੁੰਦਾ। ਕਿਸੇ ਇੱਕ ਰਿਆਸਤ ਦਾ ਕੋਈ ਰਾਜਾ ਬਣ ਜੇ ਉਹ ਨਹੀਂ ਮਾਣ, ਉਹ ਤਾਂ ਫਿਰ ਦਿੱਲੀ ਦਾ ਰਾਜਾ ਸੀ। ਉਹਦੇ ਕਾਲ ਵਿੱਚ ਹੀ ਸਰਮੱਧ ਫਕੀਰ ਹੋਇਆ। ਸਰਮੱਧ ਫਕੀਰ ਨੇ ਸਾਫ਼ ਕਹਿਤਾ ਸੀ ਔਰੰਗਜ਼ੇਬ ਨੂੰ ਕਿ ਤੂੰ ਆਪਦੇ ਭਰਾਵਾਂ ਨੂੰ ਮਾਰ ਕੇ, ਪਿਤਾ ਨੂੰ ਕੈਦ 'ਚ ਪਾ ਕੇ, ਇੰਨੀ ਜ਼ੁਰਤ ਸੀ ਉਹ ਫਕੀਰ ਵਿੱਚ। ਅਤੇ ਉਹ ਕਹਿਣ ਲੱਗਾ ਤੂੰ ਗੱਦੀ 'ਤੇ ਬਹਿ ਗਿਆ ਨਾ, ਅਤੇ ਮੈਨੂੰ ਤੂੰ ਢਕਿਆ ਹੋਇਆ ਵੀ ਨੰਗਾ ਲੱਗਦਾ। ਸਰਮੱਧ ਫਕੀਰ ਨੇ ਕਿਹਾ ਮੈਂ ਨੰਗਾ ਹੋ ਕੇ ਵੀ ਢਕਿਆ ਹੋਇਆ, ਤੂੰ ਢਕਿਆ ਹੋਇਆ ਵੀ ਨੰਗਾ, ਤੇਰੇ ਵਿੱਚ ਬਹੁਤ ਕੁਝ ਗਲਤ ਆ, ਤੂੰ ਇੱਕ ਰਾਜਾ ਕਹਾਉਣ ਦਾ ਹੱਕਦਾਰ ਨਹੀਂ। ਸਰਮੱਧ ਨੂੰ ਇਹਨੇ ਸੂਲੀ 'ਤੇ ਚੜ੍ਹਾਤਾ ਸੀ ਔਰੰਗਜ਼ੇਬ, ਸੰਤ ਨੂੰ ਕਤਲ ਕਰਤਾ ਉਹਨੂੰ। ਔਰੰਗਜ਼ੇਬ ਨੇ ਬਹੁਤ ਇਹੋ ਜਿਹਾ ਕੁਝ ਕੀਤਾ। ਹੁਣ ਜਿਹੜੀ ਸਰਮੱਧ ਦੀ ਪਦਵੀ ਆ, ਔਰੰਗਜ਼ੇਬ ਰਾਜਾ, ਸਰਮੱਧ ਫਕੀਰ ਆ। ਸਰਮੱਧ ਦੇ ਘਰ ਵਿੱਚ ਬਿਲਕੁਲ ਸਧਾਰਨ ਜਿਹਾ ਉਹਦਾ ਘਰ ਸੀ, ਟੁੱਟੀ ਜੀ ਉਹਦੇ ਕੋਲ ਬਾਣ ਦੀ ਮੰਜੀ, ਮਿੱਟੀ ਦੇ ਬਰਤਨ। ਰਾਜੇ ਕੋਲ ਸਭ ਕੁਝ ਸੀ, ਬਹੁਤ ਫੌਜ ਸੀ। ਜਿਹੜਾ ਸਰਮੱਧ ਦਾ ਰੁਤਬਾ ਵਾ ਉਹ ਔਰੰਗਜ਼ੇਬ ਕਦੇ ਨਹੀਂ ਲੈ ਸਕਦਾ। ਹਰ ਕੀਰਤ ਕਲਯੁਗ ਪਦ ਊਤਮ, ਹਰ ਪਾਈਐ ਸਤਿਗੁਰ ਮੱਝ। ਉਹਦੇ ਕੋਲ ਕਿਹੜੀ ਪਦਵੀ ਆ? ਔਰੰਗਜ਼ੇਬ ਕੋਲ ਸਰਕਾਰ ਵਾਲੀ ਪਦਵੀ ਆ, ਉਹ ਇੱਕ ਰਾਜਾ ਹੈ। ਅਤੇ ਸਰਮੱਧ ਸੰਤ ਕੋਲ ਕਿਹੜੀ ਪਦਵੀ ਆ? ਗੁਰੂ ਦੇ ਨਾਮ ਦੀ ਪਦਵੀ ਆ, ਰੱਬੀ ਪਿਆਰ ਵਾਲਾ ਰੁਤਬਾ ਉਹਦੇ ਕੋਲ। ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਸਾਰੇ ਰਿਸ਼ਤਿਆਂ ਤੋਂ ਜਦੋਂ ਆਪਾਂ ਰੱਬ ਨਾਲ ਤਾਲੁਕਾਤ ਬਣਾਉਂਦੇ ਹਾਂ, ਉਹ ਰਿਸ਼ਤਾ ਸਭ ਤੋਂ ਉੱਚਾ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਕੋਲ ਆਪਾਂ ਆਉਂਦੇ ਹਾਂ, ਆਨੰਦ ਕਾਰਜ ਹੁੰਦੇ ਆ, ਲਾਵਾਂ ਹੁੰਦੀਆਂ, ਸਾਨੂੰ ਸਮਝ ਹੀ ਨਹੀਂ ਹਜੇ, ਕਿਉਂਕਿ ਗੁਰੂ ਨੇ ਨਹੀਂ ਸਮਝ ਹਜੇ ਦਿੱਤੀ ਨਹੀਂ ਵੀ ਇੱਥੋਂ ਹੀ ਸਾਡੇ ਰਿਸ਼ਤੇ ਸ਼ੁਰੂ ਹੁੰਦੇ ਆ। ਤਾਂ ਹੀ ਤਾਂ ਭਾਈ ਗੁਰਦਾਸ ਜੀ ਕਹਿੰਦੇ ਆ ਮੈਂ ਸਾਰੇ ਰਿਸ਼ਤੇ ਗੁਰੂ ਤੋਂ ਵਾਰ ਸਕਦਾ। ਉਹਦਾ ਕਾਰਨ ਕੀ ਆ? ਇੱਥੋਂ ਹੀ ਰਿਸ਼ਤੇ ਸ਼ੁਰੂ ਹੋਏ ਸੀ। ਜੇ ਕੋਈ ਪਤੀ ਪਤਨੀ ਬਣੇਗਾ, ਅੱਗੇ ਸਹੁਰਿਆਂ ਦੇ ਰਿਸ਼ਤੇ ਆ, ਨਾਨਕਿਆਂ ਦੇ ਰਿਸ਼ਤੇ ਆ, ਦਾਦਕਿਆਂ ਦੇ ਰਿਸ਼ਤੇ ਆ, ਫੇਰ ਹੀ ਸ਼ੁਰੂ ਹੋਣਗੇ ਨਾ। ਮੋਹਰ ਲਾਵਾਂ ਦੀ ਜਦੋਂ ਲੱਗੂਗੀ ਤਾਂ ਗੁਰੂ ਸਾਹਿਬ ਤੋਂ ਸਾਡੇ ਨਾਤੇ ਸ਼ੁਰੂ ਹੁੰਦੇ ਆ। ਸਿੱਖਾਂ ਦੀ ਇਹ ਗੱਲ ਆ, ਬਾਕੀ ਜੋ ਕਰਦੇ ਆ ਉਹ ਉਹਨਾਂ ਦੀ ਧਰਮ ਦੇ ਅਨੁਸਾਰ ਆ, ਉਹ ਜੋ ਕਰਨ ਉਹਨਾਂ ਨੂੰ ਮੁਬਾਰਕ ਹੈ। ਪਰ ਸਿੱਖ ਦਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੁਰੂ ਹੁੰਦਾ, ਪਤੀ ਪਤਨੀ ਦਾ। ਜੇ ਮੋਹਰ ਨਾ ਲੱਗੇ ਬਾਣੀ ਦੀ, ਅਸੀਂ ਉਹਨਾਂ ਨੂੰ ਪਤੀ ਪਤਨੀ ਨਹੀਂ ਮੰਨਦੇ, ਹੁਣ ਹਸਬੈਂਡ ਵਾਈਫ ਨਹੀਂ ਮੰਨਦੇ ਹੈਗੇ। ਇੱਥੋਂ ਹੀ ਅੱਗੇ ਬੱਚਿਆਂ ਦਾ ਜਨਮ ਆ, ਖੂਨ ਦਾ ਰਿਸ਼ਤਾ ਅੱਗੇ ਤੁਰਦਾ, ਫਿਰ ਉਸ ਤੋਂ ਅੱਗੇ ਦੀ ਅੱਗੇ ਨਾਨਕੇ ਆ, ਦਾਦਕੇ ਆ, ਸਹੁਰਿਆਂ ਦੇ ਰਿਸ਼ਤੇ ਆ, ਅਤੇ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਬਾਣੀ ਤੋਂ, ਗੁਰੂ ਗ੍ਰੰਥ ਸਾਹਿਬ ਜੀ ਤੋਂ, ਗੁਰੂ ਨਾਨਕ ਸਾਹਿਬ ਜੀ ਤੋਂ। ਤਾਂ ਫਿਰ ਸਾਰਿਆਂ ਨਾਲੋਂ ਉੱਚਾ ਰੁਤਬਾ ਕਿਹੜਾ ਹੈ? ਹਰ ਕੀਰਤ ਕਲਯੁਗ ਪਦ ਊਤਮ। ਕਲਯੁਗ ਦੇ ਵਿੱਚ ਸਭ ਤੋਂ ਉੱਚਾ ਰੁਤਬਾ ਨਾਮ ਦਾ ਹੈ, ਉਹਦੇ ਸਿਮਰਨ ਦਾ ਹੈ। ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ। ਗੁਰੂ ਸਾਹਿਬ ਨੇ ਮੈਨੂੰ ਇਹ ਸਾਰੀਆਂ ਚੀਜ਼ਾਂ ਦੀ ਸੋਝੀ ਕਰਵਾ ਦਿੱਤੀ। ਹੁਣ ਮੈਂ ਗੁਪਤ ਰੂਪ ਦੇ ਵਿੱਚ ਨਾਮ ਨੂੰ ਸਮਝ ਪਾਇਆ ਹਾਂ। ਹੁਣ ਮੈਂ ਆਪਣੇ ਮਾਲਕ ਨੂੰ ਯਾਦ ਕਰਦਾ, ਕਦੇ ਵੀ ਨਹੀਂ ਉਹਨੂੰ ਵਿਸਾਰਦਾ। ਉਹਦਾ ਕਾਰਨ ਕੀ ਆ? ਹੁਣ ਮੈਨੂੰ ਮੇਰੀ ਮੈਂ ਭੁੱਲ ਗਈ ਆ। ਜਦੋਂ ਤੱਕ ਤੁਹਾਨੂੰ ਤੁਹਾਡੀ ਮੈਂ ਯਾਦ ਆ, ਉਦੋਂ ਤੱਕ ਤੁਸੀਂ ਚਿੰਤਾ ਕਰਨੀ ਹੈ, ਕਿਉਂਕਿ ਤੁਸੀਂ ਕਹਿਣਾ ਮੈਂ ਇਹ ਕੰਮ ਮੇਰੇ ਕਰਕੇ ਹੋ ਰਿਹਾ, ਮੈਂ ਨਾ ਹੋਵਾਂ ਘਰ ਨਹੀਂ ਚੱਲਣਾ, ਮੈਂ ਨਾ ਹੋਵਾਂ ਪਰਿਵਾਰ ਨਹੀਂ ਪਾਲਣਾ, ਮੈਂ ਨਾ ਹੋਵਾਂ ਦੁਨੀਆ ਨਹੀਂ ਚੱਲਣੀ। ਫਿਰ ਉਹ ਸੰਤ ਕਹਿ ਦਿੰਦੇ ਆ ਵੀ ਤੂੰ ਮਰ ਕੇ ਵੇਖ ਲੈ ਇੱਕ ਵਾਰ, ਦੁਨੀਆ ਦੇਖੀ ਵਧੀਆ ਤਰੀਕੇ ਨਾਲ ਚੱਲਦੀ ਹੈ। ਕੀਤੀ ਦੇਖ ਗਈ ਵਾਜੇ ਵਜਾਏ, ਵਹੀ ਇੱਕ ਰਹਿਸੀ ਜੋ ਸਾਚਾ ਖੁਦਾਏ। ਵੀ ਤੇਰਾ ਵਹਿਮ ਆ ਇਹ, ਘਰ ਵੀ ਤੇਰਾ ਸਹੀ ਤਰੀਕੇ ਨਾਲ ਚੱਲੂਗਾ। ਕਈ ਵਾਰੀ ਬੰਦਾ ਜਿਹੜਾ ਕਹਿੰਦਾ ਹੁੰਦਾ ਮੇਰੇ ਕਰਕੇ ਆ, ਜਦੋਂ ਉਹ ਚੱਲਿਆ ਜਾਂਦਾ ਘਰ ਵਧੀਆ ਤਰੀਕੇ ਨਾਲ ਚੱਲਦਾ। ਤਾਂ ਇੱਕ ਜਿਹੜਾ ਵਹਿਮ ਪਾਲਿਆ ਹੋਇਆ ਉਹ ਵੀ ਮੈਂ ਖਣੀ ਰੱਥ ਮੈਂ ਆ, ਰੱਥ ਤਾਂ ਜੋੜ ਆ ਇੱਕ, ਜਿਵੇਂ ਉਹ ਸਾਖੀ ਸੀਗੀ, ਬਹੁਤ ਸੋਹਣੀ ਸਾਖੀ। ਉਹ ਤਾਂ ਚੀਜ਼ਾਂ ਦਾ ਜੋੜ ਆ, ਅਸੀਂ ਕੁਝ ਵੀ ਨਹੀਂ ਹੈਗੇ, ਇੱਕ ਜੋੜ ਆ। ਹਵਾ, ਮਿੱਟੀ, ਪਵਨ, ਅਗਨੀ, ਆਕਾਸ਼,
ਇਹ ਜੋੜ ਆ ਅਸੀਂ ਇਹਨਾਂ ਚੀਜ਼ਾਂ ਦੇ। ਜੋੜਨ ਵਾਲਾ ਵੱਡਾ ਵਾ, ਉਹਨੇ ਜੋੜਿਆ, ਅਸੀਂ ਤਾਂ ਇਹ ਜੋੜ ਹੀ ਨਹੀਂ ਸਕਦੇ। ਅੱਗ ਤੇ ਪਾਣੀ ਜਿੰਨਾ ਮਰਜ਼ੀ ਅਸੀਂ ਚਾਹ ਲਈਏ, ਜੋੜ ਨਹੀਂ ਸਕਦੇ। ਪੇਟ ਵਿੱਚ ਅੱਗ ਵੀ ਆ, ਪੇਟ ਵਿੱਚ ਪਾਣੀ ਵੀ ਆ, ਸਾਰੀਆਂ ਚੀਜ਼ਾਂ ਹੈਗੀਆਂ ਨੇ। ਤਾਂ ਉਹ ਜੋੜਨ ਵਾਲੇ ਨੂੰ ਯਾਦ ਕਰੋ, ਉਹ ਜੋੜਨ ਵਾਲੇ ਨਾਲ ਜੁੜੋ ਜਿਹਨੇ ਤੁਹਾਨੂੰ ਜੋੜ ਜੋੜ ਕੇ ਬਣਾਇਆ। ਤਾਂ ਇਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਜੀ ਦੱਸਦੇ ਆ। ਅੱਗੇ ਪੰਕਤੀਆਂ, ਦਰਸ਼ਨ ਸਾਧ ਮਿਲਿਓ ਵੱਡ ਭਾਗੀ, ਸਭ ਕਿਲ ਵਿਖ ਗਏ ਗਵਾਜਾ। ਜਦੋਂ ਮੈਂ ਗੁਰੂ ਦੇ ਦਰਸ਼ਨ ਕੀਤੇ ਉਦੋਂ ਹੀ ਮੇਰੇ ਕਿਲ ਵਿਖ, ਕਹਿੰਦੇ ਆ ਕਲੇਸ਼ ਨੂੰ, ਕਿਲ ਵਿਖ, ਕਲੇਸ਼ ਮੇਰੇ ਸਾਰੇ ਗਵਾਚ ਗਏ। ਸਤਿਗੁਰ ਸਾਹੋ ਪਾਇਆ ਵਡਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਗੁਣਾ ਨਾਲ ਜਦੋਂ ਸਾਂਝ ਹੋ ਗਈ, ਗੁਰੂ ਸਾਹਿਬ ਵਿੱਚ ਕੀ ਆ, ਗੁਣ ਹੀ ਗੁਣ ਆ। ਸਾਡੇ ਵਿੱਚ ਕੀ ਆ, ਕਮੀਆਂ ਹੀ ਕਮੀਆਂ ਨੇ। ਗੁਰੂ ਸਾਹਿਬ ਮਿੱਠਾ ਬੋਲਦੇ ਆ, ਮੈਂ ਕੌੜਾ ਬੋਲਦਾ। ਗੁਰੂ ਸਾਹਿਬ ਕਿਸੇ ਨਾਲ ਵੈਰ ਨਹੀਂ ਕਰਦੇ, ਮੈਂ ਵੈਰ ਰੱਖ ਲੈਂਦਾ ਹਜੇ, ਮੇਰੇ 'ਚ ਸ਼ਰੀਕਾਂ ਵਾਲੀ ਭਾਵਨਾ। ਗੁਰੂ ਸਾਹਿਬ ਕਿਸੇ ਤੋਂ ਡਰਦੇ ਨਹੀਂ ਹੈਗੇ, ਕਿਸੇ ਨੂੰ ਡਰਾਉਂਦੇ ਵੀ ਨਹੀਂ ਹੈਗੇ। ਪਰ ਮੈਂ ਕਈ ਵਾਰੀ ਡਰ ਜਾਂਦਾ ਸਾਹਮਣੇ ਵਾਲੇ ਤੋਂ, ਜਾਂ ਡਰਾਉਣਾ ਚਾਹੁੰਦਾ ਕਿਸੇ ਨੂੰ ਕਿ ਡਰਾ ਕੇ ਆਪਦਾ ਕੰਮ ਕਰਵਾ ਲਾਂ। ਕਿਸੇ 'ਤੇ ਗੁੱਸਾ ਕੱਢਣਾ ਕਿਸੇ ਨੂੰ ਡਰਾਉਣਾ ਹੀ ਹੁੰਦਾ। ਤਾਂ ਮੈਂ ਇਹੋ ਜਿਹਾ ਹਾਂ ਹਜੇ। ਪਰ ਜਦੋਂ ਗੁਰੂ ਸਾਹਿਬ ਦੀ ਮੈਂ ਸੰਗਤ ਕੀਤੀ, ਉਦੋਂ ਮੈਂ ਜਪਿਆ ਹੈ ਨਿਰਵੈਰ ਨਿਰਵੈਰ ਨਿਰਵੈਰ। ਵੈਰ ਮੁੱਕ ਗਿਆ ਮੇਰੇ 'ਚ। ਗੁਰੂ ਸਾਹਿਬ ਜੀ ਕੋਲ ਮੈਂ ਆਇਆ, ਮੈਨੂੰ ਪਤਾ ਲੱਗਾ ਮੇਰਾ ਗੁਰੂ ਕਦੇ ਵੀ ਕੌੜਾ ਨਹੀਂ ਬੋਲਦਾ, ਕਦੇ ਵੀ ਕੌੜਾ ਨਹੀਂ ਬੋਲਦਾ। ਮੈਂ ਸੋਚਿਆ, ਮਨਾ ਤੂੰ ਫਿਰ ਕਿਉਂ ਕੌੜਾ ਬੋਲਦਾ? ਤੂੰ ਆਪਦੇ ਗੁਰੂ ਦਾ ਪੱਲਾ ਫੜਨਾ, ਉਹਦੇ ਫੁੱਟਪ੍ਰਿੰਟ ਦੇ ਪਿੱਛੇ ਚੱਲ, ਉਹਦੇ ਪੈੜ ਚਿੰਨ੍ਹਾਂ 'ਤੇ ਚੱਲ। ਮੈਂ ਛੱਡਤਾ ਕੌੜਾ ਬੋਲਣ। ਗੁਰੂ ਸਾਹਿਬ ਜੀ ਫਿਰ ਮੈਨੂੰ ਕਹਿਣ ਲੱਗੇ ਕਿ ਤੇਰੇ ਵਿੱਚ ਇਹ ਕਮੀ ਆ। ਜਦੋਂ ਮੈਂ ਆ ਕੇ ਬੈਠਾ, ਬਾਣੀ ਪੜ੍ਹੀ ਕਿ ਤੂੰ ਹਜੇ ਨਾ ਚੀਜ਼ਾਂ ਨੂੰ ਇਛਾਵਾਂ, ਤੂੰ ਇਹ ਸਾਰੀਆਂ ਗੁਰਦੁਆਰੇ ਤਾਂ ਤੂੰ ਆਉਣਾ ਵਾ, ਪਰ ਤੂੰ ਚੀਜ਼ਾਂ ਮੰਗਦਾ। ਕਿਸੇ ਸੰਤ ਨੂੰ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦਾ ਕਿ ਕੋਈ ਬੰਦਾ ਗੁਰਦੁਆਰੇ ਨਾ ਜਾਵੇ, ਮੰਦਰ ਨਾ ਜਾਵੇ, ਇਹ ਇੰਨੀ ਮਾੜੀ ਗੱਲ ਨਹੀਂ ਹੁੰਦੀ। ਪਰ ਜੇ ਕੋਈ ਗੁਰਦੁਆਰੇ ਜਾ ਕੇ ਗੁਰੂ ਤੋਂ ਕੁਝ ਹੋਰ ਮੰਗੀ ਜਾਵੇ, ਇਹ ਬਹੁਤ ਮਾੜੀ ਗੱਲ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਇਹ ਕਿਹਾ, ਕੋਈ ਧਾਰਮਿਕ ਸਥਾਨ 'ਤੇ ਨਹੀਂ ਜਾ ਰਿਹਾ, ਆਪਦੇ ਘਰ ਵਿੱਚ ਆ। ਇਹ ਇੰਨਾ ਮਾੜਾ ਨਹੀਂ, ਇਹ ਵੀ ਮਾੜਾ ਹੈ, ਪਰ ਇਹ ਇੰਨਾ ਮਾੜਾ ਨਹੀਂ ਉਹ ਚੀਜ਼ ਨਾਲੋਂ ਜੇ ਤੁਸੀਂ ਗੁਰਦੁਆਰੇ ਜਾ ਕੇ ਵੀ ਗੁਰੂ ਤੋਂ ਕੁਝ ਹੋਰ ਹੀ ਮੰਗਣਾ, ਇਹ ਬਹੁਤ ਮਾੜਾ ਹੈ। ਇੱਕ ਹੁੰਦਾ ਗੁਰੂ ਸਾਹਿਬ ਨੂੰ ਯਾਦ ਕਰਨਾ, ਗੁਰੂ ਕੋਲੋਂ ਉਹ ਚੀਜ਼ਾਂ ਮੰਗਣੀਆਂ ਗੁਰੂ ਨੂੰ ਛੱਡ ਕੇ ਦੁਨਿਆਵੀ। ਇੱਕ ਹੁੰਦਾ ਸਾਰੀ ਦੁਨਿਆਵੀ ਚੀਜ਼ਾਂ ਨੂੰ ਛੱਡ ਦੇਣਾ ਗੁਰੂ ਲਈ। ਇੱਕ ਹੁੰਦਾ ਦੁਨਿਆਵੀ ਚੀਜ਼ਾਂ ਨੂੰ ਪਾਉਣ ਲਈ ਗੁਰੂ ਨੂੰ ਭੁਲਾ ਦੇਣਾ। ਇੱਕ ਹੁੰਦਾ ਸਾਰੀਆਂ ਚੀਜ਼ਾਂ ਤੁਸੀਂ ਛੱਡ ਰਹੇ ਹੋ, ਤਿਆਗ ਰਹੇ ਹੋ ਗੁਰੂ ਵਾਸਤੇ। ਇਹਨਾਂ 'ਚ ਫਰਕ ਬਹੁਤ ਆ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਪਾਰੇ, ਜਨ ਨਾਨਕ ਲੇਖਾ ਸਮਝਾ। ਹੁਣ ਜਿਨ੍ਹਾਂ 'ਤੇ ਉਹਦੀ ਕਿਰਪਾ ਹੋ ਗਈ ਆ, ਉਹ ਗੁਰੂ ਸਾਹਿਬ ਤੋਂ ਗੁਰੂ ਨੂੰ ਛੱਡ ਕੇ ਕਦੇ ਕੁਝ ਨਹੀਂ ਮੰਗਿਆ ਕਰਦੇ, ਕਦੇ ਵੀ। सब कुछ मांग लिया खुदा से, खुदा को मांग कर उठते नहीं हाथ मेरे। इस दुआ के बाद अमीर खुसरो ने एवें नहीं कहती गल ये भी मैं तेरे अगे हथ जोड़े आ, पहला मैं लोकां वांग होर कुछ मंग रहा सीगा, हुण नहीं। हुण जदों मैं संगत कर ली गुरु साहिब दी, हुण नहीं मैथों कुछ मंग होना, हुण नहीं मैं कुछ होर मंग सकदा। एक गुरु नूं एवें चेते करना कि गुरु साहब मैनू आ दे दे, ये चीज़ दे दे। एक आ सारिया चीज़ां नूं छड्ड देना, छड्डण दा भाव कोल हो के भी तुसीं छड्डतीआं, पकड़ छड्डती उन्हां तो, कोल ही पईआं ने, जेब 'च पैसे आ, छड्ड ते पर हुण उन्हां ने सुरत ने उन्हां नूं फड़िया नहीं हैगा, तुसीं उन्हां नूं छड्ड दित्ता। हुण बस गुरु नूं ही पाउणा है। तां इह सारियां चीज़ां गुरु साहब दसदे आ। रोज़ाना जिहड़ी साखी आपां सरवण करदे आ, ओह आप जी सरवण करो। ਜਦੋਂ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਗੁਰੂ ਦੀ ਕਿਰਪਾ ਹੋ ਜੇ, ਉਦੋਂ ਧਰਮ ਰਾਏ ਸਾਰੇ ਵਰਕੇ ਕੇ ਪਾੜ ਦਿੰਦਾ ਜਨਮ ਮਰਨ ਵਾਲੇ। ਧਰਮ ਰਾਏ ਹੈ ਹਰ ਕਾ ਕੀਆ, ਧਰਮ ਰਾਏ ਵੀ ਉਹਦੇ ਵੱਸ 'ਚ ਆ ਨਾ, ਰੱਬ ਦੇ ਵੱਸ 'ਚ ਆ, ਅਤੇ ਉਹਨੇ ਜਿਵੇਂ ਕਹਿਣਾ ਉਵੇਂ ਹੀ ਹੋਣਾ। ਦੁਨੀਆ ਨੂੰ ਤਾਰਦੇ ਗੁਰੂ ਨਾਨਕ ਸਾਹਿਬ ਜੀ, ਸੰਗਲਾ ਦੀਪ ਰਾਜੇ ਨੂੰ ਸਿੱਖ ਬਣਾਇਆ।
ਚਰਨਾਂ ਦੀ ਪੌਲ ਦਿੱਤੀ। ਉਹ ਸਿੱਖ ਬਹੁਤ ਚੰਗਾ ਰਾਜਾ ਬਣਿਆ, ਰਾਜਾ ਚੰਗਾ ਸਿੱਖ ਬਣਿਆ, ਬਹੁਤ ਵਧੀਆ ਉਹਨੇ ਕਰਮ ਕੀਤੇ। ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਅੱਗੇ ਵਧੇ। ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਬਾਬਾ, ਇੱਕ ਨਗਰੀ ਆਉਂਦੀ ਆ, ਇਹ ਨਗਰੀ ਅਜੀਬ ਜੀ ਤਰ੍ਹਾਂ ਦੀ ਆ, ਪਰ ਮੈਨੂੰ ਤਾਂ ਪਿਆਸ ਲੱਗੀ ਆ। ਜੇ 3 ਦਿਨਾਂ ਬਾਅਦ ਚਲੋ ਉਹ ਰੋਟੀ ਮੰਗ ਲੈਂਦੇ ਆ ਕੀਰਤਨ ਕਰਦੇ ਕਰਦੇ। ਭਾਈ ਵੀਰ ਸਿੰਘ ਜੀ ਕਹਿੰਦੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ, 3 ਦਿਨਾਂ ਬਾਅਦ ਬੰਦੇ ਨੂੰ ਭੁੱਖ ਲੱਗਦੀ ਹੋਈ ਆ, ਸਾਨੂੰ 2 ਟਾਈਮ ਲੱਗਦੀ ਆ ਦਿਨ 'ਚ। ਭਾਈ ਮਰਦਾਨਾ ਜੀ ਜੇ ਤੀਜੇ ਦਿਨ ਕਹਿੰਦੇ ਆ ਕਿ ਬਾਬਾ ਮੈਨੂੰ ਭੁੱਖ ਲੱਗੀ ਆ, ਮੈਂ ਛਕਣਾ ਪ੍ਰਸ਼ਾਦਾ। ਉਹ ਕਹਿੰਦੇ ਚਲੋ ਤੁਸੀਂ ਜਾਓ, ਨਗਰੀ 'ਚ ਜਾਓ, ਉੱਥੇ ਛਕੋ। ਭਾਈ ਮਰਦਾਨਾ ਜੀ ਉੱਥੇ ਜਾਂਦੇ ਆ। ਅੱਗੇ ਨਾ ਇੱਕ ਔਰਤ ਸੀ, ਉਹ ਖੂਹ ਤੋਂ ਪਾਣੀ ਭਰ ਰਹੀ ਹੈ। ਉਹ ਕਹਿਣ ਲੱਗੀ ਤੁਸੀਂ ਪਰਦੇਸੀ ਲੱਗਦੇ ਹੋ। ਤੇ ਭਾਈ ਸਾਹਿਬ, ਭਾਈ ਮਰਦਾਨਾ ਜੀ ਕਹਿੰਦੇ ਬਿਲਕੁਲ, ਮੈਂ ਹੋਰ ਕਿਸੇ ਦੇਸ਼ ਤੋਂ ਆਇਆ ਹਾਂ, ਪਰ ਮੈਨੂੰ ਪਿਆਸ ਬਹੁਤ ਲੱਗੀ ਆ, ਭੁੱਖ ਵੀ ਲੱਗੀ ਆ। ਉਹ ਕਹਿੰਦੀ ਪਾਣੀ ਤੂੰ ਇੱਥੋਂ ਛਕ ਲਾ, ਪ੍ਰਸ਼ਾਦਾ ਮੈਂ ਤੁਹਾਨੂੰ ਅੰਦਰੋਂ ਛਕਾ ਦਿੰਦੀ ਹਾਂ, ਮੇਰੇ ਘਰ 'ਚ ਚਲੋ। ਉਹ ਘਰ ਵਿੱਚ ਲੈ ਆਉਂਦੀ। ਅਸਲ ਵਿੱਚ ਉਹ ਮਾੜੀ ਬਿਰਤੀ ਵਾਲੀ ਔਰਤ ਆ, ਉਹ ਇੱਕ ਜਾਦੂਗਰਨੀ ਆ। ਉਹ ਭਾਈ ਸਾਹਿਬ, ਭਾਈ ਮਰਦਾਨਾ ਜੀ ਦੇ ਗਲ ਵਿੱਚ ਕੁਝ ਪਾ ਦਿੰਦੀ ਆ ਤੇ ਕੁਝ ਮੰਤਰ ਬੋਲਦੀ ਆ, ਤੇ ਉਹ ਇੱਕ ਭੇਡੂ ਬਣ ਜਾਂਦੇ ਆ। ਗੁਰੂ ਨਾਨਕ ਸਾਹਿਬ ਜੀ ਤੇ ਭਾਈ ਬਾਲਾ ਜੀ ਉੱਥੇ ਸਜੇ ਹੋਏ ਆ, ਤੇ ਭਾਈ ਬਾਲਾ ਜੀ ਹੀ ਕਹਿ ਰਹੇ ਆ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮੈਨੂੰ ਕਹਿਣ ਲੱਗੇ ਮਰਦਾਨਾ ਹਜੇ ਆਇਆ ਨਹੀਂ, ਆਪਣਾ ਜੋ ਅਨੰਨ ਸਾਥੀ ਆ ਉਹ ਆਏ ਨਹੀਂ ਪਿਆਰੇ ਜੀ, ਅਜੇ ਲੰਮਾ ਸਮਾਂ ਹੋ ਗਿਆ, ਜਾਣਦੇ ਸਭ ਕੁਝ ਆ। ਤੇ ਭਾਈ ਬਾਲਾ ਜੀ ਕਹਿੰਦੇ ਮੈਂ ਕਿਹਾ ਗੁਰੂ ਸਾਹਿਬ ਜੀ ਉਹ ਕੋਈ ਮੁਸੀਬਤ ਵਿੱਚ ਨਾ ਹੋਣ, ਜਿਵੇਂ ਪਹਿਲਾਂ ਵੀ ਉਹ ਕਈ ਵਾਰ ਮੁਸੀਬਤ ਵਿੱਚ ਫਸ ਚੁੱਕੇ ਨੇ, ਕਿਤੇ ਇਸ ਵਾਰ ਨਾ ਐਵੇਂ ਹੋ ਜੇ, ਇਹ ਨਗਰੀ ਮੈਨੂੰ ਠੀਕ ਨਹੀਂ ਲੱਗਦੀ। ਭਾਈ ਬਾਲਾ ਜੀ ਕਹਿੰਦੇ ਮੈਂ ਆਖਿਆ ਗੁਰੂ ਨਾਨਕ ਸਾਹਿਬ ਜੀ ਇੱਥੋਂ ਦੇ ਲੋਕ ਮੈਨੂੰ ਠੀਕ ਨਹੀਂ ਲੱਗਦੇ, ਕਿਉਂਕਿ ਅਜਬ ਤਰ੍ਹਾਂ ਦੀ ਜਿਹੜੀ ਵਾਈਬ੍ਰੇਸ਼ਨ ਆ, ਤਰੰਗਾਂ ਨੇ ਇੱਥੋਂ ਮੈਨੂੰ ਮਿਲ ਰਹੀਆਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚਲੋ ਫਿਰ ਆਪਾਂ ਚੱਲਦੇ ਹਾਂ। ਇਸ ਤਰ੍ਹਾਂ ਫਿਰ ਜਦੋਂ ਗੁਰੂ ਸਾਹਿਬ ਜੀ ਉੱਥੇ ਜਾਂਦੇ ਆ, ਤੇ ਉਹ ਜਿਹੜਾ ਉੱਥੇ ਮਾਹੌਲ ਸੀਗਾ ਬਣਿਆ ਹੋਇਆ, ਉਹ ਸਾਰੇ ਲੋਕ ਹੀ ਇਹ ਕੰਮਾਂ 'ਚ ਪਏ ਹੋਏ ਸੀ, ਜਿਹਨੂੰ ਆਪਾਂ ਜਾਦੂ ਟੂਣੇ ਕਹਿੰਦੇ, ਤੰਤਰ ਮੰਤਰ ਵਿੱਦਿਆ ਕਹਿੰਦੇ ਆ। ਤੇ ਉਹ ਇਸੇ ਕੰਮਾਂ 'ਚ ਪਏ ਹੋਏ ਸੀ, ਗਲਤ ਰਾਹ ਦੇ। ਤੇ ਫਿਰ ਉਹ ਜਿਹੜੀ ਔਰਤਾਂ ਨੂੰ ਜਾ ਕੇ ਪੁੱਛਦੇ ਆ ਗੁਰੂ ਸਾਹਿਬ ਜੀ ਕਿ ਸਾਡਾ ਇੱਕ ਸਾਥੀ ਇੱਥੇ ਆਇਆ, ਤੁਸੀਂ ਦੱਸ ਸਕਦੇ ਹੋ ਵੀ ਇੱਥੇ ਕਿੱਧਰ ਨੂੰ ਗਿਆ, ਉਹ ਵਾਪਸ ਨਹੀਂ ਮੁੜਿਆ। ਉਹ ਕਹਿੰਦੀ ਸਾਨੂੰ ਨਹੀਂ ਪਤਾ। ਨਾਲ ਉਹ ਹੱਸਦੀ ਆ। ਹੱਸਦੀ ਤਾਂ ਹੈ ਕਿ ਇਹਨਾਂ ਨੂੰ ਪਤਾ ਹੀ ਨਹੀਂ, ਇਹਨਾਂ ਦੇ ਸਾਥੀ ਨੂੰ ਮੈਂ ਇੱਕ ਜਾਨਵਰ ਬਣਾ ਕੇ ਰੱਖ ਲਿਆ, ਹੁਣ ਇਹ ਪਛਾਣ ਨਹੀਂ ਸਕਦੇ। ਤਾਂ ਭਾਈ ਮਰਦਾਨਾ ਜੀ ਉਹ ਆਵਾਜ਼, ਭੇਡੂ ਵਾਲੀ ਆਵਾਜ਼ ਵਿੱਚ ਉੱਚੀ ਉੱਚੀ ਬੋਲਦੇ ਆ ਕਿ ਬਾਬਾ ਮੈਂ ਇੱਧਰ ਹਾਂ। ਗੁਰੂ ਸਾਹਿਬ ਜੀ ਜਾਨਵਰਾਂ ਦੀ ਆਵਾਜ਼ ਪਛਾਣ ਲੈਂਦੇ ਆ, ਤੇ ਉਹ ਤਾਂ ਉਹਨਾਂ ਦੇ ਸਾਥੀ ਨੇ। ਚਿੜੀ ਵੀ ਕੁਝ ਚੀਂ ਕਰੇ, ਗੁਰੂ ਸਾਹਿਬ ਜੀ ਦੱਸ ਦਿੰਦੇ ਆ ਕੀ ਚਾਹੁੰਦੀ ਹੈ, ਉਹਨਾਂ ਨੇ ਬਣਾਈ ਆ। ਫਿਰ ਉਹਨਾਂ ਦੀ ਆਵਾਜ਼ ਸਮਝ ਗਏ। ਉਹ ਕਹਿਣ ਲੱਗੇ ਤੂੰ ਝੂਠ ਬੋਲ ਰਹੀ ਹੈ, ਉਹ ਤੇਰੇ ਘਰ ਵਿੱਚ ਹੀ ਹੈ। ਤੇ ਫਿਰ ਉਹ ਬਹੁਤ ਜ਼ਿਆਦਾ ਕ੍ਰੋਧ ਕਰਦੀ ਆ, ਗੁਰੂ ਨਾਨਕ ਸਾਹਿਬ ਜੀ ਨੂੰ ਵੀ ਬਣਾਉਣਾ ਚਾਹੁੰਦੀ ਆ, ਪਰ ਉਹ ਕਰ ਨਹੀਂ ਸਕਦੀ। ਉਹਨਾਂ ਅੱਗੇ ਸਭ ਸਿੱਧ ਤੰਤਰ ਮੰਤਰ ਕਰ ਝੜ ਪਏ, ਸਿੱਧ ਬੋਲਣ ਸੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਵੀ ਕੁਝ ਨਹੀਂ ਕਰ ਪਾਏ ਸੀ, ਇਹ ਵੀ ਕੁਝ ਨਹੀਂ ਕਰ ਪਾਈ, ਸਗੋਂ ਇਹਦਾ ਆਪਦਾ ਜਿਹੜਾ ਸਿਰ ਤੇ ਘੜਾ ਚੁੱਕਿਆ ਸੀ ਉਹ ਸਿਰ ਨਾਲ ਜੁੜ ਗਿਆ। ਲਾਉਣਾ ਚਾਹੁੰਦੀ ਆ, ਲੈਂਦਾ ਨਹੀਂ ਹੈਗਾ, ਉਤਾਰਨਾ ਚਾਹੁੰਦੀ, ਉਤਰਦਾ ਹੀ ਨਹੀਂ ਘੜਾ ਇਹਦਾ। ਫਿਰ ਇਸ ਤਰ੍ਹਾਂ ਬਹੁਤ ਜ਼ਿਆਦਾ ਮਜਬੂਰ ਹੁੰਦੀ ਆ। ਹੋਰ ਔਰਤਾਂ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਾਬੂ ਕਰਨਾ ਚਾਹੁੰਦੀਆਂ, ਤੰਤਰ ਮੰਤਰ ਨਾ ਹੁੰਦੀਆਂ ਨੇ, ਫਿਰ ਆਪਦੀ ਸਰਦਾਰਨੀ ਕੋਲ ਜਾਂਦੀਆਂ। ਇੱਥੇ ਇਸਤਰੀ ਦਾ ਰਾਜ ਸੀਗਾ ਇਹ ਦੇਸ਼ ਵਿੱਚ। ਉਹ ਕੌਣ ਸੀ? ਉਹ ਨੂਰ ਸ਼ਾਹ ਜਾਦੂਗਰਨੀ ਸੀ। ਉਹਨੂੰ ਜਾ ਕੇ ਕਹਿੰਦੀਆਂ ਕੋਈ ਮਹਾਂਪੁਰਖ ਆਏ ਹੋਏ ਆ, ਕੋਈ ਤੰਤਰ ਮੰਤਰ ਉਹਨਾਂ 'ਤੇ ਚੱਲ ਨਹੀਂ ਰਿਹਾ, ਹੁਣ ਤੁਸੀਂ ਚੱਲੋ। ਇੱਥੋਂ ਦੀ ਰਾਣੀ ਸੀਗੀ, ਰਾਜਿਆਂ ਵਾਂਗ ਰਹਿੰਦੀ ਸੀ ਨੂਰ ਸ਼ਾਹ ਜਾਦੂਗਰਨੀ। ਤਾਂ ਉਹਨੂੰ ਗੁਰੂ ਸਾਹਿਬ ਨੇ ਅੱਗੇ ਕਿਵੇਂ ਸਮਝਾਇਆ ਸ਼ਬਦ ਨਾਲ, ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰੋਗੇ ਗੁਰੂ ਪਿਆਰਿਓ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਸਾਹਿਬ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੇ ਬਣੀਏ। ਤਾਂ ਉੱਚੀ ਜਿਹੜੀ ਪਦਵੀ ਆ ਉਹ ਵਾਹਿਗੁਰੂ ਦਾ ਨਾਮ ਹੈ, ਸਭ ਤੋਂ ਉੱਚਾ ਦਰਜਾ ਇਹ ਯੁੱਗ ਦੇ ਵਿੱਚ। ਆਓ ਉਹਨੂੰ ਆਪਾਂ 1 ਮਿੰਟ ਯਾਦ ਕਰਕੇ ਪਰਮੇਸ਼ਰ ਨੂੰ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀਏ। ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ